ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਹੋਰ ਜਿਓਮੈਟਰੀਕਲ ਡਰਾਇੰਗ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ। ਮਕੈਨੀਕਲ ਡਰਾਇੰਗ 10ਵੀਂ ਸ਼੍ਰੇਣੀ ਲਈ ਟੀ-ਪੌਟ ਸਟੈਂਡ ਘੜੌਂਜੀ। ਦਿੱਤੇ ਹੋਏ ਮਾਪਕ ਚਿੱਤਰ ਟੀ-ਪੌਟ ਸਟੈਂਡ ਘੜੌਂਜੀ ਦਾ ਮੱਥਾ, ਪਾਸਾ ਅਤੇ ਤਲ ਬਣਾਓ। ਸਕੇਲ 1 ਸੈਂਟੀਮੀਟਰ ਬਰਾਬਰ ਹੈ 15 ਸੈਂਟੀਮੀਟਰ ਦੇ। ਸਕੇਲ ਦੀ ਲੰਬਾਈ 190, ਚੌੜਾਈ 190, ਉਚਾਈ 38 ਸੈਂਟੀਮੀਟਰ। ਸਕੇਲ ਨੂੰ ਬਣਾਉਣ ਤੋਂ ਪਹਿਲਾਂ ਅਸੀਂ ਲੰਬਾਈ ਅਤੇ ਚੌੜਾਈ ਇੱਕੋ ਜਿਹੀ ਹੈ। ਇਸ ਦਾ ਸਿੱਧਾ ਪਾਸਾ ਅਸੀਂ ਜਿਸ ਭਾਗ ਉੱਪਰ ਲਾਲ ਰੰਗ ਕੀਤਾ ਹੋਇਆ ਹੈ ਉਸ ਨੂੰ ਮੰਨਾਂਗੇ। ਇਹ ਸਾਡਾ ਸਿੱਧਾ ਪਾਸਾ ਹੈ ਤੇ ਜਿਸ ਭਾਗ ਉੱਪਰ ਨੀਲਾ ਰੰਗ ਕੀਤਾ ਹੋਇਆ ਹੈ ਇਹ ਸਾਡੀ ਸਾਈਡ ਹੈ, ਅਤੇ ਜਿਸ ਭਾਗ ਉੱਪਰ ਹਰਾ ਰੰਗ ਕੀਤਾ ਹੋਇਆ ਹੈ ਇਹ ਸਾਡਾ ਤਲ ਹੈ। ਇਸ ਸਕੇਲ ਵਿੱਚ ਲੰਬਾਈ ਅਤੇ ਚੌੜਾਈ ਸਕੇਲ ਦੀ ਬਰਾਬਰ ਹੈ। ਸਕੇਲ ਦੀ ਪੇਪਰ ਵੰਡ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਕੇਲ ਦੀ ਕੁੱਲ ਲੰਬਾਈ ਅਤੇ ਕੁੱਲ ਉਚਾਈ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਅਤੇ ਦੋਨੇ ਲੰਬਾਈਆਂ ਨੂੰ ਪ੍ਰਾਪਤ ਕਰਾਂਗੇ। ਕੁੱਲ ਲੰਬਾਈ, ਜਿਸ ਵਿੱਚ ਲੰਬਾਈ ਅਤੇ ਚੌੜਾਈ ਜੋੜੀ ਜਾਂਦੀ ਹੈ। ਸਕੇਲ ਦੀ ਲੰਬਾਈ 190 ਹੈ, ਚੌੜਾਈ ਵੀ 190 ਸੈਂਟੀਮੀਟਰ ਹੈ। ਦੋਨਾਂ ਦਾ ਜੋੜ 380 ਸੈਂਟੀਮੀਟਰ ਬਣਦਾ ਹੈ। ਸਕੇਲ ਦੀ ਕੁੱਲ ਲੰਬਾਈ 380 ਸੈਂਟੀਮੀਟਰ ਹੈ। ਕੁੱਲ ਉਚਾਈ ਦੇ ਵਿੱਚ ਉਚਾਈ ਅਤੇ ਚੌੜਾਈ ਜੋੜੀ ਜਾਂਦੀ ਹੈ। ਸਕੇਲ ਦੀ ਉਚਾਈ 38 ਸੈਂਟੀਮੀਟਰ ਹੈ, ਚੌੜਾਈ 190 ਸੈਂਟੀਮੀਟਰ ਹੈ। ਦੋਨਾਂ ਦਾ ਜੋੜ 228 ਸੈਂਟੀਮੀਟਰ ਬਣਦਾ ਹੈ। ਸਕੇਲ ਦੀ ਲੰਬਾਈ ਵੱਧ ਹੈ, ਇਸ ਲਈ ਅਸੀਂ ਪੇਜ ਨੂੰ ਲੰਮੇ ਰੁੱਖ ਵਰਤਾਂਗੇ, ਤੋਂ ਭਾਵ ਵੱਧ ਪਮੈਸ਼ ਵਾਲੇ ਪਾਸੇ, ਪੇਜ ਦੇ ਵੱਧ ਪਮੈਸ਼ ਵਾਲੇ ਪਾਸੇ ਹੀ ਲੰਬਾਈ ਨੂੰ ਕੱਟਾਂਗੇ। ਸਭ ਤੋਂ ਪਹਿਲਾਂ ਅਸੀਂ ਉਚਾਈ ਵਾਲੇ ਪਾਸੋਂ ਪੇਪਰ ਵੰਡ ਸ਼ੁਰੂ ਕਰਾਂਗੇ। ਪੇਜ ਦੇ ਹਾਸ਼ੀਆ ਲਾਓ 2 ਸੈਂਟੀਮੀਟਰ ਦਾ। 2 ਸੈਂਟੀਮੀਟਰ ਦਾ ਹਾਸ਼ੀਆ ਲਾਉਣ ਤੋਂ ਬਾਅਦ ਉਚਾਈ 228 ਸੈਂਟੀਮੀਟਰ ਹੈ। ਪੇਜ ਦੇ ਕਾਰਨਰ ਤੋਂ ਉੱਪਰੋਂ 228 ਸੈਂਟੀਮੀਟਰ ਕੱਟੋ। 228 ਸੈਂਟੀਮੀਟਰ ਕੱਟਣ ਤੋਂ ਬਾਅਦ ਪੁਆਇੰਟ ਤੋਂ ਨਿਊਨ ਕੋਣ ਬਣਾਉਂਦਾ ਹੋਇਆ ਰੇਖਾ ਖੰਡ ਖਿੱਚੋ। ਰੇਖਾ ਖੰਡ ਉੱਪਰ 5 ਬਰਾਬਰ ਭਾਗ ਕੱਟੋ। 1 2 3 4 5 ਬਰਾਬਰ ਭਾਗ ਕੱਟੋ। ਅਖੀਰਲੇ ਭਾਗ ਨੂੰ ਹਾਸ਼ੀਏ ਦੇ ਕਾਰਨਰ ਨਾਲ ਮਿਲਾਓ। ਸੈਟ ਸਕੁਅਰ ਦੀ ਸਹਾਇਤਾ ਨਾਲ ਪੰਜ ਨੰਬਰ ਦੇ ਸਮਾਨ ਅੰਤਰ ਲਗਾਤਾਰ 4 ਵਿੱਚੋਂ ਦੀ, 3 ਵਿੱਚੋਂ ਦੀ, 2 ਵਿੱਚੋਂ ਦੀ, 1 ਵਿੱਚੋਂ ਦੀ ਸਮਾਨ ਅੰਤਰ ਰੇਖਾਵਾਂ ਲਾਓ। ਇਸ ਤਰ੍ਹਾਂ ਅਸੀਂ ਫਾਲਤੂ ਸਥਾਨ ਨੂੰ 5 ਬਰਾਬਰ ਭਾਗਾਂ ਵਿੱਚ ਵੰਡ ਲਿਆ ਹੈ। ਹੁਣ ਅਸੀਂ ਪ੍ਰਕਾਰ ਦੀ ਸਹਾਇਤਾ ਨਾਲ ਦੋ ਭਾਗਾਂ ਦੀ ਪਮੈਸ਼ ਕਰਾਂਗੇ। ਹੇਠਲੇ ਪਾਸੇ ਨਿਸ਼ਾਨ ਲਾਵਾਂਗੇ।
ਫਿਰ ਹਾਸ਼ੀਏ ਦੇ ਸੱਜੇ ਪਾਸੇ ਹੇਠਲੇ ਪਾਸੇ ਨਿਸ਼ਾਨ ਲਾਵਾਂਗੇ। ਇਸੇ ਤਰ੍ਹਾਂ ਹੀ ਦੋ ਭਾਗਾਂ ਨੂੰ ਉਚਾਈ ਵਾਲੇ ਪਾਸੇ ਉੱਪਰ ਨਿਸ਼ਾਨ ਲਾਵਾਂਗੇ। ਨਿਸ਼ਾਨ ਲਾਉਣ ਤੋਂ ਬਾਅਦ ਸਕੇਲ ਦੀ ਸਹਾਇਤਾ ਨਾਲ ਰੇਖਾ ਖੰਡ ਨੂੰ ਮਿਲਾਵਾਂਗੇ। ਹੇਠਲੇ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾਵਾਂਗੇ। ਦੋ ਭਾਗ ਹੇਠਾਂ ਅਤੇ ਦੋ ਭਾਗ ਉੱਪਰ ਅਸੀਂ ਫਾਲਤੂ ਸਥਾਨ ਦੇ ਛੱਡ ਦਿੱਤੇ ਹਨ। ਹੁਣ ਅਸੀਂ ਸਕੇਲ ਦੀ ਕੱਲੀ ਉਚਾਈ ਸਾਡੇ ਕੋਲ 38 ਸੈਂਟੀਮੀਟਰ ਹੈ। 38 ਸੈਂਟੀਮੀਟਰ ਕੱਟਾਂਗੇ ਕੱਲੀ ਉਚਾਈ। ਫਾਲਤੂ ਸਥਾਨ ਛੱਡਣ ਤੋਂ ਬਾਅਦ ਜੋ ਲਾਈਨ ਲਾਈ ਹੈ ਉਸ ਤੋਂ ਅੱਗੇ 38 ਸੈਂਟੀਮੀਟਰ ਤੇ ਨਿਸ਼ਾਨ ਲਾਵਾਂਗੇ। ਇੱਕ ਨਿਸ਼ਾਨ 38 ਸੈਂਟੀਮੀਟਰ ਤੇ ਦੂਸਰੇ ਪਾਸੇ ਲਾਵਾਂਗੇ। ਦੋਨੇ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾਵਾਂਗੇ। ਰੇਖਾ ਖੰਡ ਨੂੰ ਹਾਸ਼ੀਏ ਤੋਂ ਅੱਗੇ ਵਧਾਵਾਂਗੇ। ਇਹ ਸਾਡੀ XY ਰੇਖਾ ਖੰਡ ਹੈ। ਇਸ ਤੇ XY ਲਿਖੋ। ਹੇਠੋਂ ਹੁਣ ਕੱਲੀ ਹੇਠੋਂ ਅਸੀਂ ਚੌੜਾਈ ਕੱਟਾਂਗੇ 190 ਸੈਂਟੀਮੀਟਰ। ਜੋ ਫਾਲਤੂ ਸਥਾਨ ਅਸੀਂ ਛੱਡਿਆ ਹੈ ਉਸ ਤੋਂ ਅੱਗੇ 190 ਸੈਂਟੀਮੀਟਰ ਕੱਟਾਂਗੇ। ਫਾਲਤੂ ਸਥਾਨ ਛੱਡਣ ਤੋਂ ਬਾਅਦ ਜੋ ਰੇਖਾ ਖੰਡ ਅਸੀਂ ਲਾਇਆ ਹੈ ਉਸ ਤੋਂ ਅੱਗੇ 90 ਸੈਂਟੀਮੀਟਰ 190 ਸੈਂਟੀਮੀਟਰ ਕੱਟਾਂਗੇ। ਰੇਖਾ ਖੰਡ ਨੂੰ ਆਪਸ ਵਿੱਚ ਮਿਲਾਵਾਂਗੇ। ਉਚਾਈ ਵਾਲੇ ਪਾਸੇ ਸਾਡੀ ਪੇਪਰ ਵੰਡ ਹੋ ਚੁੱਕੀ ਹੈ। ਹੁਣ ਅਸੀਂ ਲੰਬਾਈ ਵਾਲੇ ਪਾਸੇ ਪੇਪਰ ਵੰਡ ਕਰਾਂਗੇ। ਸਾਡੀ ਕੁੱਲ ਲੰਬਾਈ 380 ਸੈਂਟੀਮੀਟਰ ਹੈ। ਅਸੀਂ ਪੇਜ ਦੇ ਹੇਠਲੇ ਕਾਰਨਰ ਤੋਂ 380 ਸੈਂਟੀਮੀਟਰ ਤੇ ਪੁਆਇੰਟ ਲਵਾਂਗੇ। ਉਸ ਪੁਆਇੰਟ ਤੇ ਨਿਊਨ ਕੋਣ ਬਣਾਉਂਦਾ ਰੇਖਾ ਖੰਡ ਖਿੱਚਾਂਗੇ। ਨਿਊਨ ਕੋਣ ਬਣਾਉਂਦੇ ਰੇਖਾ ਖੰਡ ਨੂੰ 3 ਬਰਾਬਰ ਭਾਗ ਕੱਟਾਂਗੇ। ਅਖੀਰਲੇ ਭਾਗ ਨੂੰ ਕਾਰਨਰ ਨਾਲ ਮਿਲਾਵਾਂਗੇ। ਰੇਖਾ ਖੰਡ 3 ਦੇ ਸਮਾਨ ਅੰਤਰ ਕ੍ਰਮਵਾਰ 2 ਵਿੱਚੋਂ ਦੀ ਇੱਕ ਵਿੱਚ ਦੀ ਸੈਟ ਸਕੁਏਅਰ ਦੀ ਸਹਾਇਤਾ ਨਾਲ ਲਾਵਾਂਗੇ। ਪ੍ਰਕਾਰ ਦੀ ਸਹਾਇਤਾ ਨਾਲ ਇੱਕ ਭਾਗ ਦੀ ਪਮਾਇਸ਼ ਕਰਾਂਗੇ। ਪੇਜ ਦੇ ਸੱਜੇ ਪਾਸੇ ਉੱਪਰਲੀ ਲਾਈਨ ਅਤੇ ਹੇਠਲੀ ਲਾਈਨ ਦੇ ਨਿਸ਼ਾਨ ਲਾਵਾਂਗੇ। ਇਸੇ ਤਰ੍ਹਾਂ ਹੀ ਪੇਜ ਦੇ ਖੱਬੇ ਪਾਸੇ ਉੱਪਰ ਅਤੇ ਹੇਠਾਂ ਨਿਸ਼ਾਨ ਲਾਵਾਂਗੇ। ਪੇਜ ਦੇ ਖੱਬੇ ਪਾਸੇ ਉੱਪਰ ਅਤੇ ਹੇਠਾਂ ਫਾਲਤੂ ਸਥਾਨ ਛੱਡਾਂਗੇ। ਪੇਜ ਦੇ ਸੱਜੇ ਪਾਸੇ ਉੱਪਰ ਅਤੇ ਥੱਲੇ ਫਾਲਤੂ ਸਥਾਨ ਛੱਡਾਂਗੇ। ਰੇਖਾ ਖੰਡਾਂ ਨੂੰ ਆਪਸ ਵਿੱਚ ਮਿਲਾਵਾਂਗੇ।
ਹੁਣ ਅਸੀਂ ਫਾਲਤੂ ਸਥਾਨ ਤੋਂ ਅੱਗੇ ਕੱਲੀ ਲੰਬਾਈ, ਸਕੇਲ ਦੀ ਕੱਲੀ ਲੰਬਾਈ 190 ਸੈਂਟੀਮੀਟਰ ਹੈ। ਫਾਲਤੂ ਸਥਾਨ ਜੋ ਅਸੀਂ ਛੱਡਿਆ ਹੈ ਉਸ ਤੋਂ 190 ਸੈਂਟੀਮੀਟਰ 'ਤੇ ਨਿਸ਼ਾਨ ਲਾਵਾਂਗੇ। ਹੇਠਾਂ ਵੀ 190 'ਤੇ ਨਿਸ਼ਾਨ ਲਾਵਾਂਗੇ। ਰੇਖਾ ਖੰਡ ਨੂੰ ਮਿਲਾਵਾਂਗੇ। ਸੱਜੇ ਪਾਸੋਂ 190 ਸੈਂਟੀਮੀਟਰ 'ਤੇ ਨਿਸ਼ਾਨ ਲਾਵਾਂਗੇ। ਇਕੱਲੀ ਚੌੜਾਈ ਸਾਡੇ ਕੋਲੇ 190 ਸੈਂਟੀਮੀਟਰ ਹੈ। 190 ਸੈਂਟੀਮੀਟਰ 'ਤੇ ਨਿਸ਼ਾਨ ਲਾਵਾਂਗੇ। ਇੱਕ 190 ਸੈਂਟੀਮੀਟਰ 'ਤੇ ਨਿਸ਼ਾਨ ਲਾਵਾਂਗੇ। ਦੋਨੇ ਪੁਆਇੰਟਾਂ ਨੂੰ, ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾਵਾਂਗੇ। ਸਾਡੀ ਲੰਬਾਈ ਵਾਲੇ ਪਾਸੇ ਪੇਪਰ ਵੰਡ ਹੋ ਚੁੱਕੀ ਹੈ, ਉਚਾਈ ਵਾਲੇ ਪਾਸੇ ਪੇਪਰ ਵੰਡ ਵੀ ਹੋ ਚੁੱਕੀ ਹੈ। ਸਾਨੂੰ ਐਲੀਵੇਸ਼ਨ ਦੀ ਹੈ ਤਲ ਲੰਬਾਈ ਚੌੜਾਈ ਬਰਾਬਰ ਹੈ, ਵਰਗ ਦੇ ਆਕਾਰ ਵਿੱਚ, ਸਾਈਡ ਐਤ ਦੇ ਆਕਾਰ ਵਿੱਚ, ਪ੍ਰੋਜੈਕਸ਼ਨ ਬਾਕਸ ਵਰਗ ਦੇ ਆਕਾਰ ਵਿੱਚ ਪ੍ਰਾਪਤ ਹੋ ਚੁੱਕਾ ਹੈ। ਹੁਣ ਅਸੀਂ ਐਲੀਵੇਸ਼ਨ ਨੂੰ ਪੂਰਾ ਕਰਾਂਗੇ। ਐਲੀਵੇਸ਼ਨ ਸਾਡਾ ਇਹ ਪਾਸਾ ਹੈ। ਐਲੀਵੇਸ਼ਨ ਦੇ ਵਿੱਚ ਸਾਨੂੰ ਕੱਟ ਵਿਖਾਈ ਦਿੰਦੇ ਹਨ। ਐਲੀਵੇਸ਼ਨ ਦੇ ਵਿੱਚ ਸਾਨੂੰ ਕੱਟ ਵਿਖਾਈ ਦਿੰਦੇ ਹਨ ਜੋ ਕਿ 12 ਸੈਂਟੀਮੀਟਰ ਦੇ ਹਨ। 12 ਸੈਂਟੀਮੀਟਰ ਦੇ ਹਨ। ਸਾਈਡ ਵਿੱਚ ਵੀ 12 ਸੈਂਟੀਮੀਟਰ ਦੇ ਹਨ। ਅਸੀਂ ਨਿਸ਼ਾਨ ਲਾਵਾਂਗੇ 12 ਸੈਂਟੀਮੀਟਰ ਤੇ। ਸੈਂਟੀਮੀਟਰ ਤੇ ਇਸੇ ਤਰ੍ਹਾਂ ਹੀ ਸਾਈਡ ਦੇ ਵਿੱਚ 12 ਸੈਂਟੀਮੀਟਰ, 12 ਸੈਂਟੀਮੀਟਰ, ਇਸੇ ਤਰ੍ਹਾਂ ਹੀ 12 ਸੈਂਟੀਮੀਟਰ ਤੇ 12 ਸੈਂਟੀਮੀਟਰ ਐਲੀਵੇਸ਼ਨ ਸਾਈਡ, 12 ਸੈਂਟੀਮੀਟਰ, 12 ਸੈਂਟੀਮੀਟਰ। ਸੈਂਟੀਮੀਟਰ ਦੇ ਲਾਏ ਗਏ ਕੱਟਾਂ ਨੂੰ ਆਪਸ ਵਿੱਚ ਮਿਲਾਓ। ਬਾਰਾਂ ਸੈਂਟੀਮੀਟਰ ਦਾ ਜੋ ਅਸੀਂ ਨਿਸ਼ਾਨ ਲਾਏ ਸਨ, 12 ਇਸ ਪਾਸੇ, 12 ਹੀ ਹੇਠਲੇ ਪਾਸੇ, ਇਸੇ ਤਰ੍ਹਾਂ ਹੀ 12 ਹੀ ਇਸ ਪਾਸੇ, 12 ਹੀ ਹੇਠਲੇ ਪਾਸੇ। ਇਹਨਾਂ ਨੂੰ ਆਪਸ ਵਿੱਚ ਮਿਲਾਓ।
ਪ੍ਰੋਜੈਕਸ਼ਨ ਬਾਕਸ ਦੇ ਕਾਰਨ ਨੂੰ ਮਿਲਾਓ। ਪ੍ਰੋਜੈਕਸ਼ਨ ਬਾਕਸ ਦੀਆਂ ਬਾਹਰਲੀਆਂ ਲਾਈਨਾਂ ਪੱਕੀਆਂ ਲਾਓ। ਐਲੀਵੇਸ਼ਨ ਦੇ ਸਾਡੇ ਤੇ ਸਾਈਡ ਦੇ ਵਿੱਚ ਜਿਹੜੇ ਕੱਟ ਦਿਸਦੇ ਸਾਨੂੰ ਲੱਗ ਚੁੱਕੇ ਹਨ। ਹੁਣ ਸਾਨੂੰ ਐਲੀਵੇਸ਼ਨ ਅਤੇ ਸਾਈਡ ਦੇ ਵਿੱਚ 25 ਸੈਂਟੀਮੀਟਰ ਛੱਡ ਕੇ, ਸਿਰੇ ਤੋਂ 25 ਸੈਂਟੀਮੀਟਰ ਛੱਡ ਕੇ 20 ਸੈਂਟੀਮੀਟਰ ਦੀਆਂ ਫੱਟੀਆਂ ਲੱਗੀਆਂ ਹੋਈਆਂ ਹਨ। 25 ਸੈਂਟੀਮੀਟਰ ਛੱਡ ਕੇ 20 ਸੈਂਟੀਮੀਟਰ, ਸਿਰੇ ਤੋਂ 25 ਸੈਂਟੀਮੀਟਰ ਛੱਡਣਾ ਹੈ, ਉਸ ਤੋਂ ਬਾਅਦ 20 ਸੈਂਟੀਮੀਟਰ, ਇਸੇ ਤਰ੍ਹਾਂ ਹੀ ਦੂਜੇ ਪਾਸੇ 25 20। ਪੱਚੀ ਸੈਂਟੀਮੀਟਰ ਤੇ ਨਿਸ਼ਾਨ ਲਾਓ। ਤਲ ਦੇ ਵਿੱਚ ਵੀ ਲਾਓ ਇਹ ਨਿਸ਼ਾਨ। ਪੱਚੀ ਸੈਂਟੀਮੀਟਰ ਤੋਂ ਬਾਅਦ 20 ਸੈਂਟੀਮੀਟਰ ਤੇ ਨਿਸ਼ਾਨ ਲਾਓ। ਪਹਿਲਾਂ 25 ਸੈਂਟੀਮੀਟਰ, ਫਿਰ 20 ਸੈਂਟੀਮੀਟਰ ਤੇ ਨਿਸ਼ਾਨ ਲਾਓ। ਇਸੇ ਤਰ੍ਹਾਂ ਹੀ ਹੇਠਲੇ ਪਾਸੇ 25 ਸੈਂਟੀਮੀਟਰ ਤੇ 20 ਸੈਂਟੀਮੀਟਰ। ਪੁਆਇੰਟਾਂ ਨੂੰ ਆਪਸ ਵਿੱਚ ਮਿਲਾਓ। ਤਲ ਦੀਆਂ ਲਾਈਨਾਂ ਨਾਲ ਦੀ ਨਾਲ ਹੀ ਲਗਾਓ, ਕਿਉਂਕਿ ਉੱਪਰ ਦੀਆਂ ਲਾਈਨਾਂ ਸਾਨੂੰ ਤਲ ਦੇ ਵਿੱਚ ਵੀ ਵਿਖਾਈ ਦਿੰਦੀਆਂ ਹਨ। ਜੋ ਆਹ ਲਾਈਨਾਂ ਅਸੀਂ ਐਲੀਵੇਸ਼ਨ ਦੇ ਵਿੱਚ ਲਾਈਆਂ ਹਨ, ਇਹ ਲਾਈਨਾਂ ਸਾਨੂੰ ਤਲ ਦੇ ਵਿੱਚ ਵਿਖਾਈ ਦਿੰਦੀਆਂ ਹਨ, ਇਸ ਲਈ ਇਹਨਾਂ ਨੂੰ ਨਾਲ ਦੀ ਨਾਲ ਹੀ ਕੰਪਲੀਟ ਕੀਤਾ ਜਾਵੇ। ਐਲੀਵੇਸ਼ਨ ਦੇ ਵਿੱਚ ਲਾਓ। ਇਹੀ ਰੇਖਾ ਖੰਡ ਸਾਨੂੰ ਤਲ ਦੇ ਵਿੱਚ ਵੀ ਵਿਖਾਈ ਦਿੰਦਾ ਹੈ। ਪੱਕਾ ਲਾਓ। ਐਲੀਵੇਸ਼ਨ ਦੇ ਵਿੱਚ ਲਾਓ ਅਤੇ ਤਲ ਦੇ ਵਿੱਚ ਲਾਓ। ਇਹ ਦੋ ਲਾਈਨਾਂ ਸਾਨੂੰ ਤਲ ਦੇ ਵਿੱਚ ਵੀ ਵਿਖਾਈ ਦਿੰਦੀਆਂ ਹਨ, ਇਸ ਲਈ ਅਸੀਂ ਨਾਲ ਦੇ ਨਾਲ ਹੀ ਲਾਉਣੀਆਂ ਹਨ। ਹੁਣ ਸਾਈਡ ਦੇ ਵਿੱਚ ਆਓ। ਸਾਈਡ ਦੇ ਵਿੱਚ ਉਸੇ ਤਰ੍ਹਾਂ ਹੀ 25 ਸੈਂਟੀਮੀਟਰ ਛੱਡ ਕੇ 20 ਸੈਂਟੀਮੀਟਰ ਦੀਆਂ ਦੋ ਲਾਈਨਾਂ, ਇੱਧਰੋਂ 25 ਸੈਂਟੀਮੀਟਰ ਛੱਡ ਕੇ 20 ਸੈਂਟੀਮੀਟਰ ਦੀਆਂ ਦੋ ਲਾਈਨਾਂ। 25 ਸੈਂਟੀਮੀਟਰ ਤੇ ਨਿਸ਼ਾਨ ਲਾਓ, 20 ਸੈਂਟੀਮੀਟਰ ਤੇ ਨਿਸ਼ਾਨ ਲਾਓ, 25 ਸੈਂਟੀਮੀਟਰ ਤੇ ਨਿਸ਼ਾਨ ਲਾਓ, 20 ਸੈਂਟੀਮੀਟਰ ਤੇ ਨਿਸ਼ਾਨ ਲਾਓ। ਇਸੇ ਤਰ੍ਹਾਂ ਹੀ ਪ੍ਰੋਜੈਕਸ਼ਨ ਬਾਕਸ ਦੇ ਹੇਠਲੇ ਪਾਸੇ, ਤਾਂ ਕਿ ਲਾਈਨਾਂ ਸਮਾਨ ਅੰਤਰ ਲੱਗ ਸਕਣ।
ਲਾਈਨਾਂ ਸਮਾਨ ਅੰਤਰ ਲੱਗ ਸਕਣ, ਇਸ ਲਈ 25 ਤੋਂ ਬਾਅਦ 20, ਪਹਿਲਾਂ 25 ਸੈਂਟੀਮੀਟਰ ਤੇ ਨਿਸ਼ਾਨ ਲਾਓ, ਫਿਰ 20 ਸੈਂਟੀਮੀਟਰ ਤੇ ਨਿਸ਼ਾਨ ਲਾਓ। ਪ੍ਰੋਜੈਕਸ਼ਨ ਬਾਕਸ ਦੇ ਵਿੱਚ ਪ੍ਰੋਜੈਕਸ਼ਨ ਲਿਆਓ, ਸਾਈਡ ਦੇ ਵਿੱਚ ਪੱਕੀ ਲਾਈਨ ਪ੍ਰੋਜੈਕਸ਼ਨ ਲਾਈਨ ਲਾਓ, 20 ਸੈਂਟੀਮੀਟਰ ਤੇ पक्की रेखाखंड प्रोजेक्शन रेखाखंड लाओ। उरों 25 सेंटीमीटर छड्ड के पक्का रेखाखंड प्रोजेक्शन रेखाखंड पक्का रेखाखंड 20 सेंटीमीटर से प्रोजेक्शन रेखाखंड जो कट लग्या हुआ है कट का प्रोजेक्शन लियाओ हेठां कट का प्रोजेक्शन ਸਾਈਡ ਦੇ ਵਿੱਚ ਸਾਡੀ ਕੰਪਲੀਟ ਹੋ ਚੁੱਕੀ ਆ। ਸਾਈਡ ਦੇ ਵਿੱਚ ਸਾਨੂੰ ਇਹ ਰੇਖਾਖੰਡ ਪੱਕਾ ਦਿਸੇਗਾ, ਐਲੀਵੇਸ਼ਨ ਦੇ ਵਿੱਚ ਵੀ ਪੱਕਾ ਦਿਸੇਗਾ। ਦੋਨੇ ਕੱਟਾਂ ਨੂੰ ਆਪਸ ਵਿੱਚ ਮਿਲਾਓ। 20 ਸੈਂਟੀਮੀਟਰ ਦੇ ਵਿੱਚ ਰੇਖਾਖੰਡ ਪੱਕਾ ਲਾਓ। ਸਾਈਡ ਦੇ ਵਿੱਚ ਸਾਡਾ ਐਲੀਵੇਸ਼ਨ ਅਤੇ ਸਾਈਡ ਕੰਪਲੀਟ ਹੋ ਚੁੱਕਾ ਹੈ। ਹੁਣ ਅਸੀਂ ਤਲ ਨੂੰ ਕੰਪਲੀਟ ਕਰਾਂਗੇ। ਤਲ ਦੇ ਵਿੱਚ 20 ਸੈਂਟੀਮੀਟਰ ਦੀਆਂ ਦੋ ਲਾਈਨਾਂ ਇਹ ਦੋ ਹੀ ਇਹਨਾਂ ਨੂੰ ਕ੍ਰਾਸ ਕਰਦੀਆਂ 4 ਲਾਈਨਾਂ ਇਹ ਵੀ ਲੱਗਣਗੀਆਂ। ਪ੍ਰੋਜੈਕਸ਼ਨ ਬਾਕਸ ਦੇ ਵਿੱਚੋਂ पच्चीस सेंटीमीटर छड्ड के 20 सेंटीमीटर की लाइन लाओ। बाहरों 25 सेंटीमीटर छड्ड के 20 सेंटीमीटर की लाइन लाओ। प्रोजेक्शन बॉक्स की सहायता नाल रेखाखंड पूरा करो। इसी तरह ही दूसरी रेखाखंड लाओ 20 सेंटीमीटर के फासले से।
दूसरी लाइन 20 सेंटीमीटर के फासले ते लाओ। ਜਦੋਂ ਅਸੀਂ ਉੱਪਰੋਂ ਵੇਖਾਂਗੇ ਸਾਨੂੰ ਆ ਕੱਟ ਵੀ ਵਿਖਾਈ ਦੇਣਗੇ, ਚਾਰੇ ਰੇਖਾਵਾਂ ਦੇ ਵਿੱਚ ਸਾਨੂੰ ਕੱਟ ਵੀ ਵਿਖਾਈ ਦੇਣਗੇ। ਪ੍ਰੋਜੈਕਸ਼ਨ ਬਾਕਸ ਦੇ ਵਿੱਚੋਂ ਕੱਟਾਂ ਦਾ ਪ੍ਰੋਜੈਕਸ਼ਨ ਲਓ। 12 ਸੈਂਟੀਮੀਟਰ ਤੇ पक्की लाइन लाओ। नीचे भी 12 सेंटीमीटर से निशान ला के 12 सेंटीमीटर से निशान ला के ऊपर भी 12 सेंटीमीटर, नीचे 12 सेंटीमीटर से निशान ला के कट का निशान लाओ। बारह सेंटीमीटर के निशान उपर लग्या हुआ है, हेठा 12 सेंटीमीटर के निशान ला के कट का निशान लाओ। ਲੋੜੀ ਦੀਆਂ ਲਾਈਨਾਂ ਪੱਕੀਆਂ ਕਰੋ ਅਤੇ ਫਾਲਤੂ ਲਾਈਨਾਂ ਨੂੰ ਸਾਫ਼ ਕਰ ਦਿਓ। ਸਾਡਾ ਐਲੀਵੇਸ਼ਨ ਸਾਈਡ ਅਤੇ ਪਲਾਨ ਕੰਪਲੀਟ ਹੋ ਚੁੱਕਾ ਹੈ। ਪਲਾਨ ਦੇ ਵਿੱਚ ਸਾਨੂੰ ਇਹ ਲਾਈਨਾਂ 20-20 ਸੈਂਟੀਮੀਟਰ ਦੇ ਫਾਸਲੇ ਤੇ ਚਾਰੇ ਲਾਈਨਾਂ ਦਿਖਦੀਆਂ ਹਨ। ਐਲੀਵੇਸ਼ਨ ਦੇ ਵਿੱਚ ਆ ਲਾਈਨਾਂ ਪੱਕੀਆਂ ਜਾਂਦੀਆਂ ਹਨ, ਇਹ ਥੱਲੋਂ ਕੱਚੀਆਂ ਆਉਂਦੀਆਂ ਹਨ, ਇਸ ਲਈ ਇਹ ਲਾਈਨਾਂ ਅਸੀਂ ਪੱਕੀਆਂ ਲਾਈਆਂ ਹਨ, ਇਹ ਕੱਟ ਲਾਇਆ ਹੈ। ਹੁਣ ਅਸੀਂ ਲੋੜੀ ਦੀਆਂ ਪਮੈਸ਼ਾਂ ਅਤੇ ਅੱਖਰ ਲਿਖਾਂਗੇ। ਉੱਪਰਲੀ ਫਾਲਤੂ ਜਗ੍ਹਾ ਦੇ ਬਿਲਕੁਲ ਵਿਚਕਾਰ 1-1 ਸੈਂਟੀਮੀਟਰ ਉੱਪਰ ਇੱਕ ਹੇਠਾਂ ਛੱਡ ਕੇ ਰੇਖਾ ਖੰਡ ਲਾਓ ਤੇ ਅੱਖਰ ਲਿਖੋ। ਇਸੇ ਤਰ੍ਹਾਂ ਹੀ ਹੇਠਲੇ ਪਾਸੇ ਅਸੀਂ ਪੈਮਾਨਾ ਬਣਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੀ ਫਾਲਤੂ ਸਥਾਨ ਦੇ ਵਿੱਚ ਅੱਖਰ, ਐਲੀਵੇਸ਼ਨ, ਸਾਈਡ
ਐਲੀਵੇਸ਼ਨ ਤੇ ਸਾਈਡ ਬਿਲਕੁਲ ਵਿਚਕਾਰ ਆਉਣਾ ਚਾਹੀਦਾ ਹੈ। ਪਲਾਨ ਨੂੰ ਬਿਲਕੁਲ ਵਿਚਕਾਰ ਰੱਖੋ। ਫਾਲਤੂ ਲਾਈਨਾਂ ਨੂੰ ਸਾਫ਼ ਕਰੋ। ਲੋੜੀਂਦੀਆਂ ਭਵੈਸ਼ਾਂ ਉਚਾਈ ਲੰਬਾਈ 190 ਚੌੜਾਈ 190 ਚੌੜਾਈ 190। ਫਾਲਤੂ ਸਥਾਨ ਦੇ ਹੇਠਲੇ ਪਾਸੇ ਪੈਮਾਨਾ ਬਣਾਓ। ਇੱਕ ਰੇਖਾ ਖੰਡ ਲਓ ਪਹਿਲਾਂ, ਦੂਸਰਾ ਥੋੜ੍ਹੇ ਫਾਸਲੇ ਤੇ ਲਓ, ਤੀਸਰਾ ਵੱਧ ਫਾਸਲੇ ਤੇ ਲਓ। 1 ਸੈਂਟੀਮੀਟਰ 1 ਸੈਂਟੀਮੀਟਰ ਦੇ ਨਿਸ਼ਾਨ ਲਾਓ। 0 ਤੋਂ ਸ਼ੁਰੂ ਕਰੋ। ਪਹਿਲੇ ਸੈਂਟੀਮੀਟਰ ਨੂੰ 15 ਸੈਂਟੀਮੀਟਰ 15 ਭਾਗਾਂ ਵਿੱਚ ਵੰਡੋ ਜਾਂ 3 ਭਾਗਾਂ ਵਿੱਚ ਵੰਡੋ। 5-5 ਸੈਂਟੀਮੀਟਰ ਦੇ ਹੋਣਗੇ। 0 ਤੋਂ ਸ਼ੁਰੂ ਕਰੋ। 0 5 10 15 0 15 30 45 60 75 90 105 120 15 ਜੋੜ ਕੇ ਸੰਖਿਆਵਾਂ ਅੰਕਿਤ ਕਰੋ। ਸਕੇਲ ਦੇ ਹੇਠਲੇ ਪਾਸੇ ਸਕੇਲ 1 ਸੈਂਟੀਮੀਟਰ ਬਰਾਬਰ ਹੈ 15 ਸੈਂਟੀਮੀਟਰ। ਇਸ ਤਰ੍ਹਾਂ ਅਸੀਂ ਘੜੌਂਜੀ ਦੀ ਸਕੇਲ ਬਣਾ ਸਕਦੇ ਹਾਂ।